ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वहां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 10 अक्तूबर 2022 26 असो नानकशाही संमत 554 का दिन है तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਹੈ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स इस वीक का पहला प्रोग्राम करन जा रहे हैं और आस करते हैं कि जो तुहाडा वीकेंड है वो बहुत ही वधिया गुजरिया होएगा। सो अज के प्रोग्राम के विच आपां गलबात करांगे करंट इशू के बारे और वीकेंड के हवाले नाल और अज की स्पॉन्सरशिप के हवाले नाल आपां गलबात करन जा रहे हैं। सो पहला शुरुआत करते हैं अज की स्पॉन्सरशिप के हवाले तो। सो अज के प्रोग्राम सच्चो सच नूं स्पॉन्सर किया गया है परथ आस्ट्रेलिया तो सिख सेवक जत्था वालों स्पॉन्सर किया गया है और सिख सेवक जत्थे वालों शहीद भाई हरजिंदर सिंह जिंदा ते शहीद भाई सुखदेव सिंह सुखा दी शहादत नूं प्रणाम करदिआं उन्हां दलेर सूरमैन दी याद विच स्पॉन्सरशिप जिहड़ी भेजी है और जत्थे दे ਸਿੰਘਾਂ ने सुनेहा दिता है कि 21ਵੀਂ सदी दे तेजी नाल बदल रहे हालातां नूं मद्देनज़र रखदे होए सिख भैन भरावां नूं बेनती है कि दुनिया दीआं खबरां ते तिखी नज़र रखण दी आदत पाओ। सैंट्रल एशिया तो 19ਵੀਂ सदी च होई ग्रेट गेम ने जिवें विश्व दी राजनीति विच वड्डे बदलाव लिआंदे सी उसे तरह एक बार फिर इस खिते च वड्डी हलचल जिहड़ी है वो चल रही है। सो दिल्ली तख्त लड़खड़ा रहा है, सानू अपनी तैयारी रखनी चाहिए है और 1947 वाली गलती नहीं करनी चाहिए। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸੁਚੇਤ ਹੋਵਾਂਗੇ ਅਤੇ ਸਾਡੀ ਪਹਿਲਾਂ ਹੀ ਤਿਆਰੀ ਹੋਵੇਗੀ ਤੇ ਗੁਰੂ ਨਾਨਕ ਮਹਾਰਾਜ ਦਾ ਫਰਮਾਨ ਹੈ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਸੋ ਜਿੱਥੇ ਕਿਤੇ ਵੀ ਅਸੀਂ ਰਹਿ ਰਹੇ ਹਾਂ ਆਪਣੇ ਫਰਜ਼ ਪਹਿਚਾਨ ਕੇ ਚੱਲ ਰਹੀ ਇਸ ਜੰਗ ਵਿੱਚ ਆਪਣਾ ਸਮਰੱਥਾ ਅਨੁਸਾਰ ਜਿਹੜਾ ਆਪਣਾ ਬੰਦਾ ਹਿੱਸਾ ਪਾ ਕੇ ਖਾਲਿਸਤਾਨ ਆਜ਼ਾਦ ਕਰਵਾਈਏ। ਸੋ ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਖਾਲਿਸਤਾਨ ਜ਼ਿੰਦਾਬਾਦ। ਸਤਿਗੁਰ ਦੇ ਵਰਸਾਏ लोको रखना दर्द उजाल के। सो असी सिख सेवक जत्था परथ आस्ट्रेलिया दे समूह ਸਿੰਘਾਂ ਸਿੰਘਣੀਆਂ ਦਾ ਅੱਜ ਦੀ ਸਪਾਂਸਰਸ਼ਿਪ ਲਈ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਜਿਸ ਤਰ੍ਹਾਂ ਕਿ ਬੀਤੇ ਕੱਲ 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖਾ ਜੀ ਦਾ ਸ਼ਹੀਦੀ ਦਿਨ ਸੀ ਔਰ ਉਹਨਾਂ ਦੀ ਸ਼ਹਾਦਤ ਨੇ ਖਾਲਿਸਤਾਨ ਦੀ ਸਟਰਗਲ ਨੂੰ ਕਿਵੇਂ ਰੋਸ਼ਨ ਸਿਤਾਰੇ ਵਾਂਗ ਬੁਲੰਦ ਕੀਤਾ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो सब तो पहले तो असी अज दे प्रोग्राम नूं स्पॉन्सर करने लई सिख सेवक जत्था परथ आस्ट्रेलिया जी उन्हां दा बहुत शुक्रिया अदा करते हैं क्योंकि कल ऐतवार का दिन सी। सो ज़ाहिर है कि भाई हरजिंदर सिंह जिंदा भाई सुखदेव सिंह सुखा दी शहादत नूं कल 30 वरे पूरे होए। 9 अक्तूबर 1992 नूं महाराष्ट्र के पूना शहर की ਵਰਦਾ ਜੇਲ੍ਹ ਦੇ ਵਿੱਚ ਇਹਨਾਂ ਦੋਨੋਂ ਸੂਰਬੀਰਾਂ ਨੇ ਫਾਂਸੀ ਦੇ ਰੱਸੇ ਆਪਣੇ ਗਲ ਵਿੱਚ ਇਵੇਂ ਹੀ ਪਾਏ ਸੀ ਜਿਵੇਂ ਗੁਰੂ ਦੀ ਗੋਦ ਦੀ ਲੋਰੀ ਦਾ ਆਨੰਦ ਮਾਣਦਿਆਂ ਉਹਨਾਂ ਨੇ ਆਪਣੇ ਪਿਤਾ ਦੇ ਗਲ ਦੇ ਦੁਆਲੇ ਬਾਹਾਂ ਪਾਈਆਂ ਹੋਣ ਔਰ ਉਹਨਾਂ ਦੀ ਸ਼ਹਾਦਤ ਸੱਚਮੁੱਚ ਜਿਵੇਂ ਤੁਸੀਂ ਕਿਹਾ ਕਿ ਇੱਕ
ਖਾਲਿਸਤਾਨੀ ਗਗਨ ਦੇ ਇਹ ਦੋ ਰੌਸ਼ਨ ਸਿਤਾਰੇ ਨੇ ਜਿਨ੍ਹਾਂ ਨੇ ਜਿੱਥੇ ਉਸ ਪੀਰੀਅਡ ਦੇ ਵਿੱਚ ਜਦੋਂ ਉਹ ਦਿਨ ਚੰਗੀ ਤਰ੍ਹਾਂ ਮੈਨੂੰ ਯਾਦ ਨੇ ਕਿ 9 ਅਕਤੂਬਰ 1992 ਨੂੰ ਜਿਸ ਦਿਨ ਅੰਮ੍ਰਿਤ ਵੇਲੇ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਹਾਲਾਂਕਿ ਟਾਈਮ ਜ਼ੋਨ ਭਾਵੇਂ ਜੋ ਵੀ ਸੀ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉਹਨਾਂ ਦੇ ਲਈ ਅਰਦਾਸ ਵੀ ਕਰ ਰਹੀਆਂ ਸੀ ਔਰ ਗੁਰਦੁਆਰਿਆਂ ਦੇ ਵਿੱਚ ਦੀਵਾਨ ਸਜੇ ਹੋਏ ਸੀ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਦਾ ਜੀਵਨ ਵੀ ਇੱਕ ਬਹੁਤ ਵੱਡੀ ਮੋਟੀਵੇਸ਼ਨ ਸੀ। ਉਹਨਾਂ ਦੇ ਕਾਰਨਾਮੇ ਜਿਨ੍ਹਾਂ ਦੇ ਉੱਤੇ ਮੈਂ ਸਮਝਦਾ ਵੀ ਆਜ਼ਾਦ ਮੁਲਕ ਖਾਲਿਸਤਾਨ ਬਣਨ ਤੋਂ ਬਾਅਦ ਦਰਜਨਾਂ ਫਿਲਮਾਂ ਬਣਨਗੀਆਂ ਔਰ ਉਹਨਾਂ ਦੀ ਸ਼ਹਾਦਤ ਵੀ ਜਿਸ ਸ਼ਾਨੋ ਸ਼ੌਕਤ ਦੇ ਨਾਲ ਉਹਨਾਂ ਨੇ ਉਸ ਸ਼ਹਾਦਤ ਨੂੰ ਕਬੂਲਿਆ। फैज़ अहमद फैज़ का ये शेर उस दे उत्ते टुकदा है कि जिस धज से कोई मकतल में गया वो शान सलामत रहती है, इस जाँ की तो कोई बात नहीं, ये जाँ तो आनी जानी है। सो असी सिख सेवक जत्था जिन्हां ने अज दा प्रोग्राम भाई हरजिंदर सिंह जंदा, भाई सुखदेव सिंह सुखा दी शहादत, उन्हां दी कुर्बानी और उन्हां दी मोटिवेशन दे नाल कीता, उन्हां दा शुक्रिया अदा करदे नाल दी नाल उन्हां दा मैसेज भी सिख सेवक जत्था दा, क्योंकि बड़े सुलझे हुए सूझवान नौजवानां दा जत्था है और वो सारी इंटरनेशनल पॉलिटिक्स नूं भी समझदे ने। TV 84 जिहड़ा इस वेले ग्लोबली इस मैसेज नूं देण दे लई कि भाई एक बार फिर हालात जिस पासे वाल इशारा कर रहे हैं, खालिस्तान दस्तक दे रहा है, साढ़े लिए जागरूक होने की लोड़ है। और जिवें अक्सर असी 20वीं सदी के इतिहास नूं जां 19वीं सदी के अखीर की गल करदे भी ये हमेशा मैंशन किया है कि जे सैकेंड वर्ल्ड वॉर ना हुंदा, बेशक उस तबाही भी हुई, उस दे विच ब्रिटिश एम्पायर और उन्हां दे अलाइड फोर्सिस जेतू रही हैं, लेकिन जे उस तो बाद 60 तो ज़्यादा मुल्क सिर्फ ब्रिटिश दी जड़ियाँ कॉलोनीज सन उन्हां तो आज़ाद हुए, तो उसका कारण ये सैकेंड वर्ल्ड वॉर ही सी जिन्हें इन्हों इन्ना करजाई कर दिता है कि ये फिर अपनी जिहड़ी है होंद जां एम्पायर नूं कायम नहीं सी रख सकते। यही हाल फ्रेंच और दूसरियां जिहड़ियां यूरोपीयन पावर्स दे कोल कॉलोनी सी उन्हां नूं भी हौली 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 छड्डना पिया। और हर सदी दे विच असीं देखदे हां, जे असीं पिछले रोमन एम्पायर दे ज़माने तो ही देखीए कि एम्पायर बनदे ने, फिर उन्हां दे विच तब्दीलियां हुंदियां ने, उन्हां दा जवाल शुरू हुंदा है, नवीआं ताकतां उठदियां ने और उस दे विच कोई एक हिस्सा कोई दूसरा जिन्हां ने जुल्म दे नाल दबिया भी हुंदा है। जे लोग जागरूक होण और अपनी आज़ादी दे लई तड़प होए, लड़न दा मादा होए, तो फिर लंबा वक्त वो कौमां कदे गुलाम नहीं रहिंदियां जिहड़ियां समय दे हाण दियां हुंदियां ने और अपनी आज़ादी लई लड़न मरन दा जज्बा हुंदा है। और सिख सेवक जत्था ने ग्रेट गेम दा हवाला दिता है, इहदे च कोई दो रावां नहीं कि जदों असीं ये सारा ही रशियन ज़ारशाही, ब्रिटिश एम्पायर और ईवन उस तो भी पहलां जदों नैपोलीयन बोनापार्ट वो यूरोप दे विच इक वड्डी पावर दे तौर ते उभरदा है, तो एक थ्योरी कि किवें यूरोपीयन पावर्स ने एशिया तक, इंडियन ओशन तक रशियंस का की ड्रीम सी, ਜ਼ਾਰਸ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ ਦੇ ਪਹੁੰਚਣ ਤੱਕ ਅਸੀਂ ਕਿਸੇ ਵੇਲੇ ਇਸ ਗ੍ਰੇਟ ਗੇਮ ਕੀ ਸੀ ਜਾਂ ਇਸ ਦਾ ਕਨਸੈਪਟ ਕੀ ਸੀ ਜਾਂ ਉਹਦੀਆਂ ਉਸ ਦੇ ਦੌਰਾਨ ਕੀ ਵਾਪਰਿਆ ਜਾਂ ਕਿੰਨੀ ਕੁ ਉਸ 'ਚ ਰਿਐਲਿਟੀ ਹੈ ਕਿੰਨੀ ਕੁ ਮਿਥ ਹੈ ਇਸ ਦੇ ਉੱਤੇ ਗੱਲ ਕਰਾਂਗੇ। ਪਰ ਜੋ ਹੁਣ ਜਿਵੇਂ ਉਸ ਖਿੱਤੇ ਦੇ ਵਿੱਚ ਨਵੀਂ ਤਬਦੀਲੀ ਹੋ ਰਹੀ ਔਰ ਜਦੋਂ ਅੱਜ ਅਸੀਂ ਗੱਲ ਵੀ ਕਰ ਰਹੇ ਹਾਂ ਯੂਕਰੇਨ ਦੇ ਉੱਤੇ ਰਸ਼ੀਅਨ ਹਮਲਾ ਜਿਹੜਾ ਫਰਵਰੀ ਮਹੀਨੇ 'ਚ ਸ਼ੁਰੂ ਹੋਇਆ ਪਿਛਲੇ 24-48 ਘੰਟੇ ਦੇ ਵਿੱਚ ਉਸ ਨੇ ਵਰਸਟ ਫਾਰਮ ਲਈ ਹੈ। ਰਸ਼ੀਅਨ ਫੌਜਾਂ ਨੇ ਕੀਵ ਉਹਨਾਂ ਦੀ ਕੈਪੀਟਲ ਸਮੇਤ ਕਈ ਸ਼ਹਿਰਾਂ 'ਤੇ ਮਿਜ਼ਾਈਲਾਂ ਦਾਗੀਆਂ ਔਰ ਉਹਦੇ 'ਚ ਦਰਜਨਾਂ ਮੌਤਾਂ ਦੀ ਖਬਰ ਹੈ। ਪਹਿਲੀ ਵਾਰ ਹੈ ਕਿ ਇਸ ਲੈਵਲ 'ਤੇ ਯੂਕਰੇਨ ਦੇ ਸ਼ਹਿਰਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਔਰ ਉਹਦਾ ਇੱਕ ਕਾਰਨ ਜਿਹੜਾ ਹੈ ਪਿਛਲੇ ਦਿਨਾਂ 'ਚ ਜਿਹੜਾ ਕ੍ਰੀਮੀਆ ਜਾਂ ਕ੍ਰਾਈਮੀਆ ਵੀ ਉਹਨੂੰ ਕਈ ਲਿਖਦੇ ਨੇ ਕਹਿੰਦੇ ਨੇ ਉਸ ਨੂੰ ਰਸ਼ੀਆ ਨੇ ਜਿਹੜਾ ਉਹ ਅਨੈਕਸ ਕੀਤਾ ਸੀ ਆਪਣਾ ਹਿੱਸਾ ਪਹਿਲਾਂ ਕਬਜ਼ਾ ਕੀਤਾ ਫਿਰ ਰੈਫਰੈਂਡਮ ਕਰਕੇ ਆਪਣਾ ਹਿੱਸਾ ਬਣਾਇਆ ਔਰ ਪਿਛਲੇ ਦਿਨਾਂ 'ਚ ਜਿਹੜਾ ਇੱਕ ਵੱਡਾ ਪੁਲ ਜਿਹੜਾ ਕ੍ਰਾਈਮੀਆ ਨੂੰ
ਰਸ਼ੀਆ ਦੇ ਨਾਲ ਜੋੜਦਾ ਹੈ, ਉਸ ਦੇ ਉੱਤੇ ਜ਼ਬਰਦਸਤ ਐਕਸਪਲੋਜਨ ਹੋਏ, ਉਹ ਸਪਲਾਈ ਲਾਈਨ ਪੁਲ ਡਿੱਗਿਆ, ਅੱਗ ਲੱਗੀ, ਪੁਲ ਦੀਆਂ ਪਿਕਚਰਾਂ ਸਾਹਮਣੇ ਆ ਰਹੀਆਂ ਸੀ ਔਰ ਉਸ ਨੇ ਜਿਹੜਾ ਇੱਕ ਬਹੁਤ ਵੱਡਾ ਝਟਕਾ ਦਿੱਤਾ। ਹਾਲਾਂਕਿ ਯੂਕਰੇਨ ਨੇ ਉਹਦੀ ਜ਼ਿੰਮੇਵਾਰੀ ਤਾਂ ਨਹੀਂ ਲਈ, ਪਰ ਰਸ਼ੀਆ ਨੇ ਉਸ ਨੂੰ ਯੂਕਰੇਨੀਅਨ ਟੈਰਰਿਜ਼ਮ ਕਿਹਾ ਔਰ ਉਸ ਦੇ ਜਵਾਬ ਵਿੱਚ ਰੂਸ ਨੇ ਪਿਛਲੇ 24-48 ਘੰਟੇ ਦੇ ਵਿੱਚ ਬਹੁਤ ਸਾਰੇ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਇਨਕਲੂਡਿੰਗ ਉਹਨਾਂ ਦੀ ਰਾਜਧਾਨੀ ਕੀਵ ਮਿਜ਼ਾਈਲਾਂ ਦਾਗੀਆਂ ਨੇ। ਸੋ ਇਹ ਵੀ ਜਦੋਂ ਅਸੀਂ ਹੁਣ ਦੇ ਦੌਰ ਦੇ ਵਿੱਚ ਨਵੀਂ ਸਫਬੰਦੀ ਦੀ ਗੱਲ ਕਰ ਰਹੇ ਹਾਂ ਤੇ ਇਸ ਨੂੰ ਗ੍ਰੇਟ ਗੇਮ ਕਿਹਾ ਜਾ ਰਿਹਾ। ਬੇਸ਼ੱਕ ਇਸ ਦਾ ਪਹਿਲਾ ਫੋਕਸ ਤਾਂ ਚਾਈਨਾ ਨੂੰ ਘੇਰਨਾ ਸੀ, ਕਿਉਂਕਿ ਚਾਈਨਾ ਜਦੋਂ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ ਤੇ ਅਮਰੀਕਾ ਤੋਂ ਬਾਅਦ ਜ਼ੋਰਦਾਰ ਤਰੀਕੇ ਦੇ ਨਾਲ ਉੱਭਰਿਆ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਵੀ ਚਾਈਨਾ ਇੱਕ ਵੱਡੀ ਇਕਨੋਮਿਕਲ ਪਾਵਰ ਹੈ। ਜੇ ਅਮਰੀਕਾ ਦੀ ਟੋਟਲ ਇਕੋਨਮੀ $23 ਟ੍ਰਿਲੀਅਨ ਦੇ ਕਰੀਬ ਹੈ ਤੇ ਚੀਨ ਆਲਮੋਸਟ $15 ਟ੍ਰਿਲੀਅਨ ਦੇ ਨੇੜੇ ਤੇੜੇ ਪਹੁੰਚਿਆ ਹੋਇਆ ਔਰ ਇਸੇ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਸਪੇਸ ਔਰ ਮੈਨ ਪਾਵਰ ਤਾਂ ਉਹਨਾਂ ਦੇ ਕੋਲ ਵੈਸੇ ਹੀ ਅੱਜ ਵੀ ਚਾਈਨਾ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੀ ਜਿਹੜੀ ਹੈ ਕੰਟਰੀ ਹੈ। ਇਸ ਸਾਰੇ ਦੇ ਚਲਦਿਆਂ ਫਿਰ ਚਾਈਨਾ ਨੇ ਜਦੋਂ ਆਪਣਾ ਜਿਹੜਾ ਉਹ ਡ੍ਰੀਮ ਜਿਹੜਾ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ $370 ਬਿਲੀਅਨ ਦੇ ਕਰੀਬ ਦੇ ਨਾਲ ਪਹੁੰਚ ਯੂਰਪ ਵੀ, ਅਫਰੀਕਾ ਵੀ ਔਰ ਦੂਸਰੇ ਜਿਹੜਾ ਸਾਊਥ ਅਮਰੀਕਾ ਤੱਕ ਕੀਤੀ ਔਰ ਉਹ ਅਮਰੀਕਾ ਔਰ ਯੂਰਪੀਅਨ ਪਾਵਰਸ ਨੂੰ, ਯੂਰਪ ਤਾਂ ਉਹਨਾਂ 'ਚ ਕੁਛ ਮੁਲਕ ਤਾਂ ਉਹਨਾਂ ਦੇ ਨਾਲ ਹੀ ਸੀ ਲੇਕਿਨ ਅਮਰੀਕਾ ਨੂੰ ਇੱਕ ਵੱਡੇ ਚੈਲੰਜ ਦੇ ਤੌਰ ਤੇ ਲੱਗਾ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਪੀਰੀਅਡ ਦੇ ਵਿੱਚ ਜਿਹੜਾ ਤਿੱਬਤ ਦਾ ਇਸ਼ੂ, ਜਿਹੜਾ ਈਵਨ ਦਲਾਈ ਲਾਮਾ ਵੀ ਇਸ ਇਸ਼ੂ ਤੇ ਹੀ ਖੜਾ ਹੈ ਕਿ ਜੀ ਤਿੱਬਤ ਦੀ ਆਟੋਨਮੀ ਅਸੀਂ ਮੰਗਦੇ ਹਾਂ ਪਰ ਵਿਦ ਇਨ ਚਾਈਨਾ, ਉਹ ਵੀ ਦੁਬਾਰਾ ਉਭਾਰਿਆ ਗਿਆ। ਔਰ ਤਾਈਵਾਨ ਦਾ ਇਸ਼ੂ, ਜਿਹੜੀ ਵਨ ਚਾਈਨਾ ਪਾਲਿਸੀ ਅਮਰੀਕਾ ਨੇ ਨਿਕਸਨ ਦੇ ਪੀਰੀਅਡ 'ਚ ਮੰਨੀ ਸੀ ਜਦੋਂ ਚਾਈਨਾ ਦੇ ਨਾਲ ਉਹਨਾਂ ਨੇ ਆਪਣੇ ਰਾਬਤੇ ਦੁਬਾਰਾ ਕਾਇਮ ਕੀਤੇ ਸੀ, ਜਿਹਦੇ 'ਚ ਪਾਕਿਸਤਾਨ ਜਿਹੜਾ ਉਸ ਦਾ ਫੈਸਿਲੀਟੇਟਰ ਵਾਲਾ ਰੋਲ ਸੀ। ਔਰ ਹੁਣ ਅਸੀਂ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਕਿਵੇਂ ਤਾਈਵਾਨ ਇਸ਼ੂ ਨੂੰ ਵੀ ਫਲੇਅਰ ਅਪ ਕੀਤਾ ਗਿਆ ਔਰ ਇਸ ਤੋਂ ਇਲਾਵਾ ਵੀ ਚਾਈਨਾ ਪ੍ਰਤੀ ਜੋ ਰੁਖ ਚੱਲ ਰਿਹਾ ਕੋਵਿਡ ਦੇ ਚੱਲਦੇ ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ ਵਾਇਰਸ ਨੂੰ ਹੀ ਜਿਹੜਾ ਉਹ ਵੁਹਾਨ ਵਾਇਰਸ ਜਾਂ ਚਾਈਨੀਜ਼ ਵਾਇਰਸ ਕਿਹਾ। ਸੋ ਇਸ ਸਾਰੇ ਦੇ ਵਿੱਚ ਕਿਉਂਕਿ ਚਾਈਨਾ ਨੂੰ ਘੇਰਨ ਦੇ ਲਈ ਅਮਰੀਕਾ ਜਾਂ ਵੈਸਟਰਨ ਪਾਵਰਸ ਨੇ ਜਿਹੜਾ ਨੈਟੋ ਦੀ ਤਰਜ਼ ਦਾ ਕੁਆਡ ਉੱਥੇ ਖੜਾ ਕੀਤਾ, ਉਸ ਦੇ ਵਿੱਚ ਇੰਡੀਆ, ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਉਸ ਦਾ ਹੀ ਇਹ ਕੁਆਡ ਹੈ, 4 ਮੁਲਕ ਦਾ ਹਿੱਸਾ ਨੇ। ਔਰ ਉਧਰੋਂ ਰਸ਼ੀਆ ਜਿਹੜਾ ਜਿਹਨੇ ਯੂਕਰੇਨ ਦੇ ਉੱਤੇ ਧਾਵਾ ਬੋਲਿਆ ਫੈਬਰਵਰੀ 'ਚ, ਉਹਨੇ ਚੀਨ ਦਾ ਛੋਟਾ ਭਰਾ ਹੋਣਾ ਮੰਨ ਲਿਆ ਔਰ ਭਾਰਤ ਜਿਹੜਾ ਉਹ ਵਿੱਚ ਵਿਚਾਲੇ ਲਟਕਿਆ ਹੋਇਆ ਕੁਆਡ ਦੇ ਵਿੱਚ ਇਹਨਾਂ ਦਾ ਹਿੱਸਾ ਬਣਿਆ। ਪਰ ਨਾਲ ਦੀ ਨਾਲ ਅਸੀਂ ਇਹ ਦੇਖਦੇ ਹਾਂ ਕਿ ਵੀ ਹੁਣ ਜਿਹੜੀ ਕੁਛ ਰਿਐਲਿਟੀ ਉਹਨੂੰ ਰੀਅਲਾਈਜ਼ ਵੀ ਹੋ ਰਹੀ ਹੈ, ਜਾਂ ਰਸ਼ੀਅਨ ਘੁਰਕੀ ਇੱਕ ਪਾਸੇ ਹੈ, ਦੂਜੇ ਪਾਸੇ ਅਮਰੀਕਨਾਂ ਨੇ ਜਿਹੜੀ ਹੈ ਬਾਂਹ ਮਰੋੜੀ ਹੋਈ ਹੈ। ਤਾਂ ਫਿਰ ਅਸੀਂ ਦੇਖਦੇ ਹਾਂ ਕਿ ਚਾਈਨਾ ਦੇ ਅਗੇਂਸਟ ਖਾਸ ਤੌਰ 'ਤੇ ਸਿਨਕਿਆਂਗ 'ਚ ਜੋ ਮੁਸਲਮਾਨਾਂ ਦੇ ਨਾਲ ਚਾਈਨਾ ਕਰ ਰਿਹਾ, ਉਸ ਮੁੱਦੇ 'ਤੇ ਜਦੋਂ ਸਿਕਿਉਰਿਟੀ ਕੌਂਸਲ ਦੇ ਵਿੱਚ ਜਾਂ ਹਿਊਮਨ ਰਾਈਟ ਕੌਂਸਲ 'ਚ ਵੀ ਰੈਜ਼ੋਲੂਸ਼ਨ ਆਉਂਦਾ ਤਾਂ ਇੰਡੀਆ ਐਬਸਟੇਨ ਕਰਦਾ। ਇਸੇ ਤਰ੍ਹਾਂ ਈਵਨ ਸ੍ਰੀਲੰਕਾ ਦੇ ਮੁੱਦੇ 'ਤੇ ਜਦੋਂ ਅਮਰੀਕਾ ਉਹਨੂੰ ਅਕਾਊਂਟੇਬਲ ਠਹਿਰਾਉਣਾ ਚਾਹੁੰਦਾ ਹੈ, ਜੋ ਵਾਰ ਕ੍ਰਾਈਮ ਸ੍ਰੀਲੰਕਾ ਨੇ ਕੀਤੇ ਨੇ, ਇੰਡੀਆ ਉਹਦੇ 'ਚ ਵੀ ਐਬਸਟੇਨ ਕਰਦਾ। ਸੋ ਇਹ ਸਾਰਾ ਜਿਹੜਾ ਇੱਕ ਗੱਲ ਦਾ ਜਿਹੜੀ ਪੁਆਇੰਟ ਆਊਟ ਸਿੱਖ ਸੇਵਕ ਜਥਾ ਨੇ ਕੀਤਾ ਕਿ ਇਹ ਜਿਹੜੀ ਹੁਣ ਇਸ ਨੂੰ ਗ੍ਰੇਟ ਗੇਮ ਕਿਹਾ ਜਾ ਰਿਹਾ ਔਰ ਜਿਹਦਾ ਕਰਮ ਭੂਮੀ ਕਹਿਣਾ ਹੋਏ ਜਾਂ ਜਿਹੜੀ ਬੈਟਲ ਗਰਾਊਂਡ ਹੈ ਉਸ ਦੀ, ਉਹ ਏਸ਼ੀਆ ਔਰ ਉਹ ਸਾਡਾ ਖਿੱਤਾ, ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ 'ਤੇ ਬੈਠੇ ਔਰ ਕੋਈ ਵੀ ਜਿਹੜੀ ਤਬਦੀਲੀ ਹੈ ਨਵੀਂ, ਬੇਸ਼ੱਕ ਇਹ ਸਾਰੇ ਪੀਰੀਅਡ 'ਚ ਭਾਰਤ ਦਾ ਟੁੱਟਣਾ ਹੋਏ ਜਾਂ ਉਸ ਖਿੱਤੇ ਦੇ ਵਿੱਚ ਹੋਰ ਤਬਦੀਲੀਆਂ ਹੋਣ। ਸੋ ਸਿੱਖਾਂ ਦੇ ਕੋਲ ਇੱਕ ਓਪਰਚੁਨਿਟੀ, ਔਰ ਕਿਸੇ ਨੇ ਪਿਛਲੇ ਦਿਨਾਂ 'ਚ ਸਗੋਂ ਇਸ ਗੱਲ ਦੇ ਉੱਤੇ ਤਨਜ਼ ਤਾਂ ਨਹੀਂ ਸੀ, ਇਹ ਇੱਕ ਹੋਪਫੁਲ ਕੀਤੀ ਸੀ ਕਿ ਵੀ ਅਮਰੀਕਾ ਨੇ ਉਹਨਾਂ ਨੇ ਉਹਨੂੰ ਇੱਕ ਵਿਅੰਗਮਈ ਖਬਰ ਬਣਾ ਕੇ ਕਿਹਾ ਸੀ। ਅਮਰੀਕਾ ਨੇ ਕਿਹਾ ਕਿ ਵੀ ਹੁਣ ਅਸੀਂ ਸਿੱਖ ਨੇਸ਼ਨ ਨੂੰ ਨੈਟੋ ਦਾ ਮੈਂਬਰ ਬਣਾ ਰਹੇ ਹਾਂ। ਸੋ ਜ਼ਾਹਰ ਹੈ ਕਿ ਉਹ ਕਹਿਣ ਨੂੰ ਤਾਂ ਪੁਆਇੰਟ ਆਊਟ ਇਹ ਕੀਤਾ ਸੀ ਕਿ ਭਾਈ ਜੇ ਅਮਰੀਕਾ ਆ ਕੇ ਸਿੱਖਾਂ ਦੀ ਪਿੱਠ ਤੇ ਖਲੋਂਦਾ ਤੇ ਸਿੱਖ ਉਸ ਖਿੱਤੇ ਦੇ ਵਿੱਚ ਇੱਕ ਆਪਣੀ ਪਾਵਰ ਰੱਖਦੇ ਨੇ, ਕਿਉਂਕਿ ਜਦੋਂ ਅਮਰੀਕਾ ਨੇ ਆਪਣਾ ਵੇਟ ਇੰਡੀਆ ਦੇ ਪਿੱਛੇ ਪੂਰੀ ਤਰ੍ਹਾਂ ਸੁੱਟਿਆ, ਉਹ ਭਾਵੇਂ ਕੁਆਡ ਦਾ ਮਾਮਲਾ ਹੋਏ ਜਾਂ ਚਾਈਨਾ ਦੇ ਜਿਹੜਾ ਗਲਵਾਨ ਵੈਲੇਜ 2020
ਦੇ ਵਿੱਚ ਵਾਪਰਿਆ ਤੇ ਅਮਰੀਕਾ ਨੂੰ ਆਸ ਸੀ ਕਿ ਭਾਰਤ ਜਿਹੜਾ ਹੈ ਉਹ ਵੀ ਰਸ਼ੀਅਨ ਬਲੌਕ ਚੋਂ ਨਿਕਲ ਕੇ ਸਾਡੇ ਵੱਲ ਪੂਰੀ ਤਰ੍ਹਾਂ ਆਏਗਾ, ਪਰ ਭਾਰਤ ਦੀਆਂ ਸ਼ਾਇਦ ਆਪਣੀਆਂ ਕੁਝ ਮਜਬੂਰੀਆਂ ਵੀ ਨੇ। ਉਹਨਾਂ ਦਾ ਸਾਰਾ ਮਿਲਟਰੀ ਸਟਰਕਚਰ ਰਸ਼ੀਆ ਨੇ ਬਣਾਇਆ ਹੋਇਆ ਤੇ ਜੇ ਰੂਸ ਨੇ ਕਿਹਾ ਇਹ ਹੁਣ ਸਸਤਾ ਖਰੀਦਣ ਵਾਲੇ ਤਾਂ ਹੈ ਹੀ ਨੇ ਲਾਲਾ ਜੀ, ਜੇ ਰਸ਼ੀਆ ਨੇ ਸਬਸਿਡਾਈਜ਼ਡ ਆਇਲ ਦਿੱਤਾ ਤੇ ਬਿਨਾਂ ਪਰਵਾਹ ਕੀਤੇ ਇੰਡੀਆ ਸਭ ਤੋਂ ਵੱਡਾ ਉਸ ਦਾ ਬਾਇਰ ਬਣ ਗਿਆ। ਸੋ ਉਸ ਨੇ ਇਹਨਾਂ ਨੂੰ ਮਿਫ ਕੀਤਾ, ਇਹਨਾਂ ਦਾ ਇਹ ਜਿਹੜੇ ਨੇ ਐਂਗਰ 'ਚ ਨੇ। ਸੋ ਇਸ ਸਾਰੇ 'ਚ ਔਰ ਦੇਖੋ ਇਹ ਗੱਲ ਬਿਲਕੁਲ ਠੀਕ ਹੈ ਜਿਹੜੀ ਸਾਡੇ ਇਹਨਾਂ ਵੀਰਾਂ ਨੇ ਕਨਕਲੂਡ ਕੀਤੀ ਹੈ ਕਿ ਜਦੋਂ ਵੱਡੀਆਂ ਤਬਦੀਲੀਆਂ ਹੁੰਦੀਆਂ ਨੇ, ਟਰਮੋਇਲ, ਜੰਗਾਂ, ਪਹਿਲੀ ਵਰਲਡ ਵਾਰ ਤੋਂ ਬਾਅਦ ਦੁਨੀਆ ਦਾ ਨਕਸ਼ਾ ਬਦਲਿਆ, ਸੈਕੰਡ ਵਰਲਡ ਵਾਰ ਤੋਂ ਬਾਅਦ ਬਦਲਿਆ, ਔਰ ਇਹ ਜਿਹੜੀ ਹੁਣ ਗ੍ਰੇਟ ਗੇਮ ਜਿਹਦੇ ਲਈ ਨਵਾਂ ਲਫ਼ਜ਼ ਕਾਇਨ ਕੀਤਾ ਗਿਆ, ਇਸ ਦੇ ਵਿੱਚ ਸਾਡਾ ਮੁਲਕ ਖਾਲਿਸਤਾਨ ਬਣਨ ਦੀਆਂ ਕਾਫੀ ਸਾਰੀਆਂ ਸੰਭਾਵਨਾਵਾਂ ਨੇ। ਹਾਲਾਂਕਿ ਮੁਲਕ ਤਾਂ ਲੋਕਾਂ ਨੂੰ ਆਪਣੀ ਆਜ਼ਾਦੀ ਲਈ ਆਪ ਹੀ ਲੜਨਾ ਪੈਂਦਾ ਹੈ। ਜਿਵੇਂ ਇੱਕ ਸ਼ਾਇਰ ਨੇ ਕਿਹਾ ਸੀ ਇੱਕ ਵਾਰ ਕਿ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ। ਔਰ ਸਿੱਖ ਕੌਮ ਨੇ ਪਹਿਲਾਂ ਵੀ ਮੁੱਲ ਤਾਰੇ ਨੇ। ਅਸੀਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਇਸ 'ਤੇ ਫਖਰ ਮਹਿਸੂਸ ਕਰਦੇ ਹਾਂ ਕਿ ਭਾਈ ਸਾਡੇ ਲਈ ਖਾਲਸਾ ਬਾਦਸ਼ਾਹ ਜਾਂ ਬਾਗੀ ਇਹੀ ਕਨਸੈਪਟ ਹੈ। ਔਰ ਉਹਨਾਂ ਨੇ ਗੁਰਬਾਣੀ ਦੀ ਇਹ ਤੁਕ ਕੋਟ ਕੀਤੀ ਹੈ, ਅੱਗੋਂ ਦੇ ਜੇ ਚੇਤੀ ਹੈ ਕਾਹੇ ਮਿਲੈ ਸਜਾਏ, ਕਿ ਵੀ ਜੇ ਪਹਿਲਾਂ ਹੀ ਇਸ ਗੱਲ ਨੂੰ ਅਸੀਂ ਚੇਤ ਲਈਏ, ਯਾਦ ਕਰ ਲਈਏ ਜਾਂ ਕਿਸੇ ਚੀਜ਼ ਬਾਰੇ ਪ੍ਰੀ ਪਲਾਨ ਕਰ ਲਈਏ ਤੇ ਫਿਰ ਕਾਹੇ ਮਿਲੈ ਸਜਾਏ, ਫਿਰ ਜਿਹੜੀ ਹੈ ਸਜ਼ਾ ਨਹੀਂ ਮਿਲਦੀ। ਮਤਲਬ ਇਹ ਹੈ ਕਿ ਸਾਨੂੰ ਗੁਰਬਾਣੀ 'ਚੋਂ ਹੀ ਪੂਰੀ ਸੇਧ ਮਿਲਦੀ ਹੈ ਜਦੋਂ ਗੁਰੂ ਸਾਹਿਬ ਇਹ ਵੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਕਿ ਭਾਈ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ। ਬੇਸ਼ੱਕ ਇਹ ਰੂਹਾਨੀਅਤ ਦੇ ਕੰਟੈਕਸਟ 'ਚ ਕੋਟ ਕੀਤਾ ਜਾਂਦਾ ਹੈ ਕਿ ਭਾਈ ਕੋਈ ਮਾਂ ਪਿਓ ਭਰਾ ਭੈਣ ਨਾਲ ਨਹੀਂ ਨਿਭਦਾ, ਜਦੋਂ ਰੱਬ ਦੀ ਦਰਗਾਹ ਦੇ ਵਿੱਚ ਲੇਖਾ ਜੋਖਾ ਹੋਏਗਾ ਤੇ ਜੋ ਤੁਸੀਂ ਆਪ ਕੀਤਾ ਉਹਦੇ ਲਈ ਤੁਸੀਂ ਆਪ ਹੀ ਜ਼ਿੰਮੇਵਾਰ ਹੋ। ਪਰ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਭਾਈ ਜੇ ਪਹਿਲਾਂ ਹੀ ਤੁਸੀਂ ਇਸ ਗੱਲ ਲਈ ਤਿਆਰ ਹੋਵੋ ਕਿ ਕੀ ਭਵਿੱਖ 'ਚ ਵਾਪਰਨ ਵਾਲਾ ਤੇ ਫਿਰ ਉਸ ਦੇ ਕਨਸੀਕੁਐਂਸਿਸ, ਮਾੜੇ ਕਨਸੀਕੁਐਂਸਿਸ ਤੋਂ ਬਚਿਆ ਜਾ ਸਕਦਾ ਹੈ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜੇ ਸੁੱਤੇ ਰਹਿੰਦੇ ਨੇ, ਜਾਗਦੇ ਨਹੀਂ ਨੇ, ਉਹ ਫਿਰ ਸਫਰਰ ਹੁੰਦੇ ਨੇ। ਉਸੇ ਨੂੰ ਹੀ ਅਸੀਂ ਕਹਿੰਦੇ ਹਾਂ ਕਿ ਜਦੋਂ 47 ਦੌਰ ਦੇ ਵੀ ਅਸੀਂ ਗੱਲ ਕਰਦੇ ਹਾਂ ਕਿ ਭਾਈ ਸਾਡੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਹੀਂ ਸੀ। ਸੋ ਉਹ ਵਕਤ ਤਾਂ ਬੀਤ ਗਿਆ, 75 ਸਾਲ ਪਹਿਲਾਂ ਦੀ ਗੱਲ, ਉਹਦੇ ਤਾਂ ਅਸੀਂ ਗੱਲ ਹੀ ਕਰ ਸਕਦੇ ਹਾਂ, ਸਾਡਾ ਕੰਟਰੋਲ ਨਹੀਂ ਹੈ। ਪਰ ਹੁਣ ਤਾਂ ਸਾਡੇ ਸਾਹਮਣੇ ਹੈ ਕਿ ਵੀ ਅਸੀਂ ਕੀ ਕਰ ਸਕਣਾ ਹੈ। ਔਰ ਅਸੀਂ ਸਿੱਖ ਸੇਵਕ ਜਥਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਤੁਸੀਂ ਵੀਕਐਂਡ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ, ਅਸੀਂ ਵਰਜੀਨੀਆ ਸਾਡਾ ਜਾਣਾ ਸੀ ਆਪਣੇ ਪੇਕੇ ਪਿੰਡ, ਔਰ ਕਾਫੀ ਪੈਕਡ ਸਕੈਜੂਲ ਸੀ। ਸੈਚਰਡੇ 2 ਥਾਂ ਦੇ ਉੱਤੇ ਜਿਹੜਾ ਉਹ ਸ਼ੋਕ ਸਮਾਗਮ ਸਨ, ਗੁਰਦੁਆਰਾ ਸਿੰਘ ਸਭਾ ਬ੍ਰੈਡਕ, ਜਿੱਥੇ ਕਿ ਸਾਡੇ ਕਾਫੀ ਐਡਮਾਇਰਰ ਔਰ ਸਾਥ ਜਿਹੜੇ ਹਮੇਸ਼ਾ ਹੀ ਸਪੋਰਟ ਕਰਦੇ ਨੇ ਪੰਥਕ ਕਾਜ਼ ਨੂੰ, ਮਾਸਟਰ ਸੇਵਾ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਚੜ੍ਹਾਈ ਕਰ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਸੀ। ਔਰ ਫਿਰ ਗੁਰਦੁਆਰਾ ਸਾਹਿਬ ਮੈਨਾਸਸ, ਉੱਥੇ ਭਾਈ ਸਾਹਿਬ ਭਾਈ ਗੁਰਦਰਸ਼ਨ ਸਿੰਘ ਜਿਹੜੇ ਮੈਟਰੋ ਏਰੀਆ ਦੇ ਵਿੱਚ ਲੰਬੇ ਵਕਤ ਤੋਂ ਲਗਭਗ 30 ਸਾਲਾਂ ਤੋਂ ਜਿਨ੍ਹਾਂ ਦੀਆਂ ਸੇਵਾਵਾਂ ਨੇ, ਪੰਥਕ ਪਿੰਡ ਦੇ ਵਿੱਚ ਵੀ ਖਾਲਿਸਤਾਨ ਸਮਰਥਕ ਵੀ ਨੇ, ਸਾਡੇ ਪਿਆਰੇ ਵੀ ਨੇ। ਔਰ ਉਹਨਾਂ ਦੇ ਧਰਮ ਪਿਤਾ ਫਾਦਰ ਇਨ ਲਾਅ ਜਿਹੜੇ ਸਕਾਰਬਰੋ ਟੋਰਾਂਟੋ 'ਚ ਰਹਿੰਦੇ ਸੀ, ਉਹ ਪਿਛਲੇ ਦਿਨਾਂ ਚੜ੍ਹਾਈ ਕਰ ਗਏ। ਔਰ ਉਹਨਾਂ ਦੀ ਯਾਦ ਦੇ ਵਿੱਚ ਸ਼ੋਕ ਸਮਾਗਮ, ਅੰਤਮ ਅਰਦਾਸ ਜਿਹਦੇ ਲਈ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਦਰਸ਼ਕ ਪਿਕਚਰਸ ਦੇਖ ਸਕਦੇ ਨੇ, ਉਹ ਵੀ ਭਰਵਾਂ ਸਮਾਗਮ ਸੀ ਕਿਉਂਕਿ ਲੰਬਾ ਵਕਤ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾਈ। ਔਰ ਬਹੁਤ ਸਾਰੇ ਚਿਹਰੇ ਜਿਹੜੇ ਮੈਂ ਲਗਭਗ 30 ਸਾਲ ਪਹਿਲਾਂ ਉੱਥੋਂ ਦੇ ਜਦੋਂ ਪਹਿਲੀ ਵਾਰ ਮੈਂ ਗਿਆ ਦੇਖੇ, ਉਹ ਸਾਰਿਆਂ ਦੀ ਹਾਜ਼ਰੀ ਸੀ। ਔਰ ਉਹਦੇ 'ਚ ਵੀ ਦੋਨਾਂ ਮੌਕਿਆਂ 'ਤੇ ਸਾਨੂੰ ਜਿਹੜਾ ਉਹ ਸੰਗਤ ਦੇ ਦੀਦਾਰ ਕਰਨ ਦਾ ਮੌਕਾ ਮਿਲਿਆ। TV 84 ਦੀ ਟੀਮ ਨੇ ਰਿਕਾਰਡ ਕੀਤਾ, ਆਉਣ ਵਾਲੇ ਦਿਨਾਂ 'ਚ ਅਸੀਂ ਕਰਾਂਗੇ। ਔਰ ਐਤਵਾਰ ਦਾ ਦੀਵਾਨ, ਜਿਵੇਂ ਕਿ 9 ਅਕਤੂਬਰ ਦਾ ਦਿਨ ਬੀਤੇ ਕੱਲ੍ਹ ਸੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ। ਸੋ ਗੁਰਦੁਆਰਾ ਸਾਹਿਬ ਮੈਨੈਸਸ ਦੇ ਵਿੱਚ ਇਸ ਦਿਨ ਨੂੰ ਸਮਰਪਿਤ ਹੀ ਦੀਵਾਨ ਸਨ। ਇਸ ਗੱਲ ਦਾ ਧਿਆਨ ਰਹੇ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ, ਉਹਨਾਂ ਦਾ ਪ੍ਰਕਾਸ਼ ਪੁਰਬ ਵੀ 9 ਅਕਤੂਬਰ ਨੂੰ ਸੀ। ਸੋ ਇਹ ਵੀ ਇੱਕ ਹਿਸਟਰੀ ਦੀ ਕੋਇਨਸੀਡੈਂਸ ਹੈ
ਕਿ ਇੱਕ ਪਾਸੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਜਦੋਂ ਅਸੀਂ ਉਸ ਸਰਜ਼ਮੀਨ ਤੇ ਹੀ ਪੈਰ ਰੱਖਦੇ ਹਾਂ ਤੇ ਫਿਰ ਧੰਨ ਗੁਰੂ ਰਾਮਦਾਸ ਜਿਹੜਾ ਮੁਖਾਰਬਿੰਦ ਚੋਂ ਨਿਕਲਦਾ। ਔਰ ਇਹੀ ਜਿਹਨੂੰ ਜਦੋਂ ਭੱਟਾਂ ਨੇ ਫਰਮਾਇਆ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਔਰ ਉਹਨਾਂ ਦਾ ਜਨਮ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਸੀ। ਔਰ ਦਰਸ਼ਕ ਦੇਖ ਸਕਦੇ ਨੇ ਕਿ ਪਾਕਿਸਤਾਨ ਦੇ ਚੂਨਾ ਮੰਡੀ ਲਾਹੌਰ ਦੇ ਵਿੱਚ ਵੀ ਇਹ 9 ਅਕਤੂਬਰ ਦਾ ਦਿਨ ਬੜੀ ਸ਼ਾਨੋ ਸ਼ੌਕਤ ਦੇ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਹੁਣ 70,000 ਤੋਂ ਜ਼ਿਆਦਾ ਸਿੱਖਾਂ ਦੀ ਪਾਪੂਲੇਸ਼ਨ ਹੈ ਜਿਹੜੇ ਉਹਨਾਂ ਦੇ ਡਾਟਾ ਮੁਤਾਬਕ ਹੈ। ਔਰ ਲਾਗਲੇ ਥਾਵਾਂ ਤੋਂ ਵੀ ਸਿੱਖ ਪਹੁੰਚ ਜਾਂਦੇ ਨੇ। ਬਹੁਤ ਵਾਰ ਹੁਣ ਜਿਹੜਾ ਹੈ ਉਹ ਡਾਇਸਪੋਰਾ ਸਿੱਖਾਂ ਦੀ ਵੀ ਹੋਂਦ ਹੁੰਦੀ ਹੈ। ਔਰ ਇਹ ਸਾਰੇ ਦੇ ਵਿੱਚ ਚੂਨਾ ਮੰਡੀ ਲਾਹੌਰ ਦੇ ਸਮਾਗਮ 'ਚ ਪੂਰਾ ਕੀਰਤਨੀ ਸਮਾਗਮ ਵੀ ਹੋਇਆ। ਔਰ ਇਵੈਕੂਏਟ ਟਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਹਬੀਬੁਲ ਰਹਿਮਾਨ ਗਿਲਾਨੀ ਵੀ ਉੱਥੇ ਆਏ ਹੋਏ ਸਨ। ਔਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕਿਵੇਂ ਸਾਕਾ ਪੰਜਾ ਸਾਹਿਬ ਦੀ ਯਾਦ ਦੇ ਵਿੱਚ ਜਿੱਥੇ 100 ਸਾਲ ਹੋ ਜਾਣੇ ਨੇ, ਬਹੁਤ ਵੱਡੇ ਪੈਮਾਨੇ ਦੇ ਉੱਥੇ ਜਿਹੜਾ ਪੰਜਾ ਸਾਹਿਬ ਹਸਨ ਅਬਦਾਰ ਇਸ ਦਿਨ ਨੂੰ ਮਨਾਇਆ ਜਾਏਗਾ। ਔਰ ਇਸੇ ਤਰ੍ਹਾਂ ਸਿੱਖਾਂ ਦੇ ਦੂਸਰੇ ਲੀਡਰਾਂ ਨੇ ਵੀ ਜਿਹੜੇ ਪਾਕਿਸਤਾਨ 'ਚ ਨੇ ਉਹਨਾਂ ਨੇ ਜਿਹੜਾ ਇਸ ਮੌਕੇ ਦੇ ਉੱਤੇ ਆਪਣੇ ਵਿਚਾਰ ਦਿੱਤੇ। ਸੋ ਅਸੀਂ ਲੰਬਾ ਇਸ ਦੇ ਉੱਤੇ ਗੱਲ ਨਹੀਂ ਕਰਾਂਗੇ। ਔਰ ਇਸੇ ਤਰ੍ਹਾਂ ਜਿਹੜਾ ਇਹ ਦੀਵਾਨ ਗੁਰਦੁਆਰਾ ਸਾਹਿਬ ਮੈਨੇਸਸ ਹੋਇਆ ਉਹਦੇ 'ਚ ਵੀ ਕੀਰਤਨ ਭਾਈ ਰਵਿੰਦਰ ਸਿੰਘ ਔਰ ਭਾਈ ਦਰਸ਼ਨ ਸਿੰਘ ਤੋਂ ਬਾਅਦ ਸਾਨੂੰ ਆਪਣੇ ਵਿਚਾਰ ਦੇਣ ਦਾ ਮੌਕਾ ਬਣਿਆ। ਇੱਕ ਭਾਵੁਕ ਜਿਹਾ ਮਾਹੌਲ ਸੀ। ਔਰ ਸਾਡੀ 20-25 ਮਿੰਟ ਦੀ ਪ੍ਰੈਜੈਂਟੇਸ਼ਨ ਉਸ ਨੂੰ ਕਾਫੀ ਸੰਗਤਾਂ ਨੇ ਪਿਆਰ ਵੀ ਦਿੱਤਾ। ਬਹੁਤ ਵਾਰ ਉਹ ਪਾਲੀ ਹੁੰਦੇ ਨੇ ਜਦੋਂ ਤੁਹਾਡੇ ਉਹ ਸਾਰੇ ਮਾਹੌਲ 'ਚੋਂ ਹੀ ਤੁਸੀਂ ਕੁਝ ਕਹਿੰਦੇ ਹੋ। ਸੋ ਮੈਂ ਇਸ ਬਾਰੇ ਹੁਣ ਜ਼ਿਆਦਾ ਗੱਲ ਨਾ ਕਰਾਂ। ਉਸ ਨੂੰ ਦਰਸ਼ਕ ਆਉਣ ਵਾਲੇ ਦਿਨਾਂ 'ਚ ਦੇਖ ਵੀ ਸਕਣਗੇ ਸੋਸ਼ਲ ਮੀਡੀਆ ਤੇ ਵੀ ਔਰ ਅਦਰਵਾਈਜ਼ ਵੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਜਦੋਂ ਪਹਿਲੀ ਵਾਰ ਮੈਂ 1992 ਦੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਐਡੀਟੋਰੀਅਲ ਚੜ੍ਹਦੀ ਕਲਾ ਲਈ ਲਿਖਿਆ ਸੀ, ਚੜ੍ਹਦੀ ਕਲਾ ਇੰਟਰਨੈਸ਼ਨਲ ਜਿਹੜਾ ਸਰੀ ਤੋਂ ਛਪਦਾ ਹੈ, ਤਾਂ ਉਸ ਦਾ ਟਾਈਟਲ ਹੀ ਮੈਂ ਦਿੱਤਾ ਸੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਖਾਲਿਸਤਾਨੀ ਗਗਨ ਦੇ ਦੋ ਰੋਸ਼ਨ ਸਿਤਾਰੇ। ਔਰ ਮੈਨੂੰ ਇੱਕ ਵੀਰ ਨੇ ਉਸ ਤੋਂ ਬਾਅਦ ਇੱਕ ਵਾਰ ਪੁੱਛਿਆ ਵੀ ਕਿ ਤੁਸੀਂ ਉਸ ਨੂੰ ਉਹਨਾਂ ਦਾ ਤਾਂ ਰੁਤਬਾ ਖਾਲਸਾ ਇਤਿਹਾਸ 'ਚ ਹੀ ਬਹੁਤ ਵੱਡਾ ਹੈ ਤੇ ਤੁਸੀਂ ਜਿਹੜਾ ਖਾਲਸਾ ਇਤਿਹਾਸ ਦੀ ਤਾਂ ਖਾਲਿਸਤਾਨੀ ਗਗਨ ਲਫ਼ਜ਼ ਕਿਉਂ ਇਸਤੇਮਾਲ ਕੀਤਾ? ਤਾਂ ਮੈਂ ਕਿਹਾ ਕਿ ਇਸ ਲਈ ਕਿ ਜਦੋਂ ਅਸੀਂ 18ਵੀਂ ਸਦੀ ਦੇ ਇਤਿਹਾਸ ਨੂੰ, ਕਿ ਮੈਂ ਕਿਹਾ ਸਾਡਾ ਖਾਲਸਾਈ ਇਤਿਹਾਸ ਤਾਂ ਸਾਡੀ ਅਰਦਾਸ ਦਾ ਹਿੱਸਾ ਹੈ। ਔਰ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਅਰਦਾਸ ਨੂੰ ਇਹ ਅਖੀਰਲੇ ਜਾਂ ਫਾਈਨਲ ਵਰਡਸ ਦਿੱਤੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਮਾਂ ਪਾ ਕੇ ਇੱਕ ਅੱਧੀ ਜਨਰੇਸ਼ਨ ਬਾਅਦ 2 ਜਨਰੇਸ਼ਨਾਂ ਤੱਕ ਪਹੁੰਚਦੇ ਹਾਂ ਕੌਮਾਂ ਭੁੱਲਣਾ ਸ਼ੁਰੂ ਕਰ ਦਿੰਦੀਆਂ ਨੇ। ਜਿਨ੍ਹਾਂ ਦੇ ਨਵਿਆਂ ਦੇ ਪ੍ਰਭਾਵ ਥੱਲੇ ਆਉਂਦੇ ਨੇ ਉਹ ਉਹਨਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਮੈਂ ਕਿਹਾ ਇਹ ਕਿਸੇ ਹੋਰ ਮਜ਼ਹਬ ਦੀ ਅਰਦਾਸ ਦਾ ਹਿੱਸਾ ਜਾਂ ਪ੍ਰੇਅਰ ਦਾ ਜਾਂ ਦੁਆ ਦਾ ਹਿੱਸਾ ਨਹੀਂ ਹੈ ਕਿ ਤੁਸੀਂ ਆਪਣਾ ਇਤਿਹਾਸ ਯਾਦ ਕਰ। ਅਰਦਾਸ ਜਾਂ ਦੁਆ ਤਾਂ ਅਸੀਂ ਰੱਬ ਨੂੰ ਕਰ ਰਹੇ ਹਾਂ, ਲੇਕਿਨ ਉਹਦੇ 'ਚ ਇਤਿਹਾਸ ਕਿਵੇਂ ਵਿੱਚ ਆਇਆ? ਕਿਉਂਕਿ ਇਹ ਯਾਦ ਦਹਾਨੀ ਲਈ ਸੀ ਜਾਂ ਹੈ ਜਾਂ ਰਹੇਗਾ ਹਮੇਸ਼ਾ ਕਿ ਸਿੱਖ ਕੌਮ ਦਾ ਜਿਹੜਾ ਇਹ ਪੋਲੀਟੀਕਲ ਪਾਵਰ ਵੱਲ ਮੀਰੀ ਵੱਲ ਦਾ ਸਫ਼ਰ ਵੀ ਹੈ, ਇਹ ਵੀ ਰੂਹਾਨੀਅਤ ਦਾ ਸਫ਼ਰ ਹੈ। ਔਰ ਜਦੋਂ ਅਸੀਂ ਸੱਚ ਹੱਕ ਇਨਸਾਫ ਦੇ ਪੰਧ ਹੀ ਕਹਿੰਦੇ ਹਾਂ, ਰੱਬ ਦੇ ਲਈ ਹੱਕ ਲਫ਼ਜ਼ ਰੱਬ ਲਈ ਵੀ ਇਸਤੇਮਾਲ ਹੁੰਦਾ ਹੈ। ਸਾਡੇ ਲਈ ਸੱਚ ਵੀ ਰੱਬ ਹੈ, ਹੱਕ ਵੀ ਰੱਬ ਹੈ, ਇਨਸਾਫ ਵੀ ਅਦਲ ਵੀ, ਕਿਉਂਕਿ ਅਲਟੀਮੇਟ ਅਦਲ ਰੱਬ ਦੇ ਕੋਲ ਹੈ। ਤੇ ਜਦੋਂ ਅਸੀਂ ਇਸ ਸਫ਼ਰ ਦੀ ਗੱਲ ਕਰਦੇ ਹਾਂ ਫਿਰ ਇਹ ਮਹਿਜ਼ ਕੋਈ ਦੁਨਿਆਵੀ ਰਾਜ ਦੀ ਲਾਲਸਾ ਜਾਂ ਭੁੱਖ ਜਾਂ ਡਿਜ਼ਾਇਰ 'ਚੋਂ ਪੈਦਾ ਹੋਇਆ ਜਿਹੜਾ ਇਤਿਹਾਸ ਨਹੀਂ ਹੈ। ਇਹ ਉਸ ਰੂਹਾਨੀਅਤ 'ਚੋਂ ਪੈਦਾ ਹੋਇਆ ਇਤਿਹਾਸ ਹੈ ਜਿਸ ਰੂਹਾਨੀਅਤ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਜਿਸ ਪ੍ਰਥਾਏ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਆਪਣੀ ਵਾਰ ਦੇ ਵਿੱਚ ਕਿਹਾ, ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨਹੀਂ ਹੁੰਦੇ। ਕਿ ਇਹ ਸੱਚ ਦਾ ਰਾਜ ਜਿਹੜਾ ਗੁਰੂ ਨਾਨਕ ਨੇ ਐਸਟੈਬਲਿਸ਼ ਕੀਤਾ ਹੈ, ਸੱਚ ਦਾ ਕਿਲਾ, ਔਰ ਜਿਸ ਦੀ ਨੀਂਹ ਪਤਾਲ ਦੇ ਵਿੱਚ ਹੈ। ਸੱਚ ਕੋਟ ਸਤਾਣੀ,
बहुत पुख्ता बहुत मजबूत इस दी नींह गुरु साहब ने रखी। और यही इत्थों ही फिर शहीद का सफ़र शुरू होंदा है। जो पंजवें पातशाह जिहड़े सिख कौम के पहले शहीद गुरु ने तत्ती तवी ते बैठते हैं, देग विच उबाले जाते हैं, सिर ते रेत पैंदी है। और उस सब दे उस शहादत का जवाब जिहड़ा कि उन्हां दे 11 साल के सपुत्र गुरु हरगोबिंद साहब फिर दिल्ली तख्त तो 2 फुट उच्चा तख्त अकाल सिरज के दिंदे ने और उस मीरी पीरी दियां 2 तलवारां पहनते हैं। और उस दे नाल फिर जिहड़ा पहला दीवान सजदा है जिहदे सिख कौम के पहले 2 रबाबी जिहड़े कि ढाडी लफज असीं इस्तेमाल करते हैं उन्हां दे लई भाई नत्था ते भाई अब्दुल्ला ਉਹ उस इकट्ठ दे विच जिथे गुरु साहब जिहड़ा दिल्ली तख्त तो 2 फुट उच्चे तख्त ते बैठे ने 2 तलवारां उन्होंने मीरी ते पीरी दियां पहनियां, बाबा बुढ़ा जी ने उन्होंने पहनाइयां और उस वार च कहंदे ने उस 2 तलवारी बधियां एक मीरी दी एक पीरी दी एक अजमत दी एक राज दी एक राखी करे वजीर दी पग तेरी की जहांगीर दी। हुण ज़ाहिर है कि अजमत ऑनर ये जुड़िया ही राज दे नाल। एक अजमत जिहड़ी निरंकार दे दरबार च रब दी याद वाला ही पत दे नाल जां पत सेती कर जाऊं, ये असीं जदों कहंदे हैं एक वो पतवान है जिहड़ा रब दी दरगाह च रब दी याद नाल जुड़िया होया है। पर यह भी गुरु साहब दा फरमान इलाही फरमान याद दहानी भी करवांदा है कि जे जीवै पत लथी जाए सब हराम जेता किछ खाए। रब दी दरगाह च भी असी पतवान हो के जाना है, उसकी याद नाल जुड़े हैं। पर दुनियावी राजियां बादशाह दे सामने उन्हां दे गरूर उन्हां दे हंकार उन्हां दे जुल्म दे सामने सिर नहीं झुकाउणा, क्योंकि सिख सच हक इंसाफ दा पांधी है। सच की बाणी नानक आखै सच सुनाए सी सच की बेला। ते 9वें नानक गुरु तेग बहादुर पातशाह जदों एक पासे करतारपुर की जंग दे विच 11-12 साल की उम्र च वो तलवारबाजी करते हैं कि उन्होंने पिता गुरु हरगोबिंद साहब कहते हैं उन्होंने नाम त्यागमल सी कि त्यागमल नहीं, तो तेग बहादुर है, वो तेग दे जौहर दिखाते हैं। पर उही 9वीं जोत फिर जदों तक कोई इतिहास एक पूरा सर्कल लैंदा है 1675 दे विच दिल्ली तख्त नूं वंगारदे ने कि तुसीं जोर दे नाल ताकत दे नाल लोकां दे मजहब जां उन्हां दे निजी उन्हां दे उत्ते तुसीं जुल्म दी तलवार नहीं चला सकदे। जिहड़ी तलवार कदे गुरु तेग बहादुर साहब ने खुद वाही करतारपुर दी जंग दे विच उसे ही जालम दी तेग दे अगे जदों उन्होंने अपना आपा कुर्बान किया तो फिर भी ये याद दहानी करवाई कि साडा सिद्धांत भै काहू को देत न भै मानत आन, कि ना असी किसी नूं डर दिंदे हैं ना किसी दा डर मनदे। और इसे ते ही 10वें पातशाह ने फरमाया कि सीस दिया पर सिरड़ न दिया, कि सिरड़ नहीं दिता है। सो ये फाउंडेशनस ने। जदों असी भाई हरजिंदर सिंह जंदा भाई सुखदेव सिंह सुखा का जिक्र करते हैं, उन्हां दी जिंदगी तो लासानी है ही है। जदों उन्हां दे असी कारनामिਆਂ की गल करते हैं, सिर्फ ये नहीं कि जनरल वैद्या नूं ही उन्होंने सजा याफ्ता किया जिहड़ा भारतीय फौजां का जरनैल सी जिसने टैंकां तोपां दे नाल हमला किया सी, पर चुन चुन के वो दिल्ली होए कानपुर होए भारत भर दे विच। और जिस कदर दुश्मन दे खैमे दे विच खौफ भरपा सी, उस जमाने दीयां अखबारां कढ लो, आज जिंदा दिल्ली में, आज जिंदा गुजरात में, आज जिंदा कानपुर में। स्कूल बंद हो जाता सी, माँ प्यो बच्चे लै जाते सी अपने कि बई। और वो कई बार होंदा सी इक्को वेले खबर लगी होंदी सी कि इत्थे इत्थों तो कहंदे बंदा है कि कोई जिन है भी कित्थे पहुँच गया। सो सुरम गति का ये आलम सी। और ये नहीं है क्योंकि जो तुसी मूवमेंट रन करते हो तो फाइनेंसिस चाहिए होंदे ने। 28 उन्होंने बैंक ऑपरेशन किए बैंकों च, और किसी एक च भी कोई मर्डर नहीं किया। और एक थां ते जिथे वो गए आलमोस्ट वो सारा खजाना उन्होंने पैरों च पिया सी, पर एक किसी नूं मारना पैना सी, उन्होंने उत्थों वापस आ गए। सो उन्हों दा जिहड़ा ईवन अपनी स्ट्रगल दे विच मैं एक पासे तो उन्होंने TC का बेर लाया जनरल वैद्या तो बाद। और मैं किते वाक़या पढ़ रहा सी कि जदों इंदिरा गांधी नूं शहीद बेअंत सिंह सतवंत सिंह ने सजा याफ्ता किया तो जिथे जिंदा रुकिया होया सी वो रोण लग पिया उच्ची उच्ची।
ਤੇ ਘਰਦਿਆਂ ਨੇ ਕਿਹਾ ਵੀ ਸਾਰੇ ਪਾਸੇ ਖੁਸ਼ੀ ਮਨਾਈ ਜਾ ਰਹੀ ਹੈ ਜਾਂ ਕਹਿੰਦੇ ਫਿਰ ਉਹ ਗਿਆ ਬਾਹਰ ਜਾ ਕੇ ਲੱਡੂ ਲਿਆ ਉਹਨੇ ਖਵਾਏ ਪਰ ਉਹ ਰੋਂਦੇ ਆ ਉਹਨੂੰ ਕਿਹਾ ਵੀ ਤੂੰ ਕਹਿੰਦਾ ਵੀ ਉਹਨੂੰ ਮੈਂ ਸਜ਼ਾ ਦੇਣੀ ਸੀ ਮੇਰੀ ਬਾਜ਼ੀ ਕੋ ਹੋਰ ਲੈ ਗਿਆ ਫਿਰ ਉਹਨੇ ਆਪ ਹੀ ਕਿਹਾ ਉਹਨੇ ਕਿਹਾ ਚਲੋ ਕੋਈ ਗੱਲ ਨਹੀਂ ਅਜੇ ਹੋਰ ਦੁਸ਼ਟ ਬੜੇ ਨੇ ਔਰ ਜ਼ਾਹਰ ਹੈ ਇੰਦਰਾ ਗਾਂਧੀ ਤੋਂ ਬਾਅਦ ਜਨਰਲ ਵੈਦਿਆ ਦਾ ਹੀ ਰੋਲ ਸੀ ਜਿਹਨੇ ਪ੍ਰਮੋਸ਼ਨ ਲੈਣ ਲਈ ਜਿਹੜਾ ਸੀਨੀਅਰ ਜਨਰਲ ਸੀ ਵੈਸਟਰਨ ਕਮਾਂਡ ਦਾ ਜਨਰਲ ਸਿਨਹਾ ਉਹਨੂੰ ਸੁਪਰਸੀਡ ਕੀਤਾ ਕਿਉਂਕਿ ਉਹ ਇੰਦਰਾ ਗਾਂਧੀ ਦੇ ਉਸ ਡਰਟੀ ਏਜੰਡੇ ਦੇ ਨਾਲ ਸਹਿਮਤ ਸੀ ਸੋ ਉਹਨਾਂ ਦਾ ਜੀਵਨ ਵੀ ਔਰ ਇਹੀ ਜਦੋਂ दूसरा कपलेट उर्दू च इस मामले च अच्छी शायरी है जदों ये किसी ने कहा कि भाई शहीद की जो मौत है वो कौम की हयात है हयात तो हयात है मौत भी हयात हयात जिंदगी नूं कहंदे ने कि जदों शहीद इस धरती ते हुंदा है उस दी हयाती उस दी जिंदगी भी मोटिवेशन हुंदी है जिवें हरजिंदर सिंह जंदा सुखदेव सिंह सुखा दी सी पर जदों तुर जाते हैं जी उन्होंने शहादत का सफ़र है और मैं नहीं समझदा कि भी बेशक ये नहीं है भी दुनिया हर कौम ने हर आज़ादी तहरीक ने अपने योधे अपने शहीद दिते ने पैदा किए ने पर जिहड़ा पंजाबी का लफज है मौत नूं कलोला करनी है कि किस हद तक जदों उन्होंने जज जिहड़ा कहंदा है कि वो आंदे ने अदालत च खालिस्तान जिंदाबाद के नारे लाते हैं जज ये कहता है कि भाई कि जे मैं नहीं देना चाहता मौत की सज़ा पर इनको भी ये तो बंद कर और वो जज नूं कहंदे ने देख असीं तैनूं वधाई देंगे जदों तू सानूं मौत की और हालांकि कोई डायरैक्ट शायद प्रूफ भी ना कर सकती हुकूमत लेकिन उन्होंने अपने वकील भी जिहड़े कौम ने कर पासे करके जिंदा सुखा ने अदालत दे विच खुद कहा भी असी मारिया जनरल वैद्या नूं और फिर उन्होंने पूरा एक केस ले किया कि क्यों असी सजा याफ्ता किया और आलमोस्ट 9 सफ़े का जिहड़ा लैटर जिंदा सुखा ने पूना जेल चों जिहड़ा उन्होंने लिखिया देश के प्रेजिडेंट के नाम मुल्क के वो एक हिस्टोरिकल डॉकूमेंट है कि उहदे च उन्होंने कहा कि भाई ये तुसी दिल्ली तख्त वाले ਜਿਹੜੇ ਪਹਿਲਾਂ ਇਸ ਤਖਤ ਤੇ ਬੈਠੇ ਨੇ ਉਹਨਾਂ ਦੇ ਜ਼ੁਲਮ ਦੇ ਰਸਤੇ ਤੇ ਚੱਲੇ ਹੋ ਤੇ ਅਸੀਂ ਅਕਾਲ ਤਖਤ ਦੇ ਪੁੱਤਰ ਹਾਂ 4 ਸਦੀਆਂ ਤੋਂ ਜੋ ਸਾਨੂੰ ਅਕਾਲ ਤਖਤ ਨੇ ਸੇਧ ਦਿੱਤੇ ਅਸੀਂ ਉਸ ਰਸਤੇ ਤੇ ਚੱਲੇ ਹਾਂ ਸਾਡਾ ਕੋਈ ਵੈਦਿਆ ਨਾਲ ਵੈਰ ਨਹੀਂ ਸੀ ਪਰ ਉਹਨੇ ਦਿੱਲੀ ਤਖਤ ਦਾ ਹੁਕਮ ਵਜਾਉਂਦਿਆਂ ਇਸ ਸਿੱਖਾਂ ਦੇ ਖਿਲਾਫ ਇਹ ਜੰਗ ਐਲਾਨੀ ਜ਼ੁਲਮ ਕੀਤਾ ਸਾਡਾ ਅਕਾਲ ਤਖਤ ਢਾਇਆ ਤੇ ਗੁਰੂ ਨੇ ਸਾਨੂੰ ਥਾਪੜਾ ਦੇ ਕੇ ਇਸ ਰਸਤੇ ਤੇ ਤੋਰਿਆ ਇਹ ਹਮੇਸ਼ਾ ਇਸ ਰਸਤੇ ਤੇ ਅਸੀਂ ਤੁਰਦੇ ਰਹਾਂਗੇ ਔਰ ਮੈਂ ਅਕਸਰ ਜਿਹੜਾ ਉਹਨਾਂ ਦਾ ਕੋਟ ਕਿ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ ਕਿ ਜਦੋਂ ਕੌਮਾਂ ਜਾਗਦੀਆਂ ਨੇ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ ਔਰ ਉਹਨਾਂ ਦੀ ਸ਼ਹਾਦਤ ਦਾ ਸਫ਼ਰ ਵੀ ਉਸੇ ਹੀ ਸ਼ਾਨ ਵਾਲਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਤੁਹਾਡੀ ਅਖੀਰਲੀ ਵਿਸ਼ ਉਹਨਾਂ ਨੇ ਕਿਹਾ ਜੀ ਅਸੀਂ ਰੱਸਾ ਫਾਂਸੀ ਦਾ ਆਪਣੇ ਗਲ 'ਚ ਆਪ ਪਾਵਾਂਗੇ ਔਰ ਜਲਾਦ ਸਾਡਾ ਮੌਤ ਰਾਣੀ ਨਾਲ ਵਿਆਹ ਕਰ ਰਿਹਾ ਹੈ ਔਰ ਅਸੀਂ ਉਹਦਾ ਮੂੰਹ ਮਿੱਠਾ ਕਰਵਾਉਣਾ ਕਿਉਂਕਿ ਉਹ ਇਸ ਵੇਲੇ ਵਿਚੋਲਾ ਸਾਨੂੰ ਮੌਤ ਲਾੜੀ ਨਾਲ ਵਰਨ ਦਾ ਔਰ ਜਦੋਂ ਉਹਨਾਂ ਦੇ ਪੇਰੈਂਟਸ ਭਰਾ ਦੂਜੇ ਉਹ ਪੂਨੇ ਪਹੁੰਚੇ ਹੋਏ ਸੀ ਪ੍ਰੀਵੀਅਸ ਡੇ ਈਵਨਿੰਗ ਸੀ ਉਹਨਾਂ ਨੂੰ ਉਹਨਾਂ ਨੇ ਹਦਾਇਤ ਕੀਤੀ ਕਿਉਂਕਿ ਪੂਨੇ ਗੁਰਦੁਆਰੇ 'ਚੋਂ ਠਹਿਰੇ ਹੋਏ ਸੀ ਕਿ ਜਦੋਂ ਸਾਨੂੰ ਸਵੇਰੇ ਵੇਲੇ ਫਾਂਸੀ ਦਾ ਸਾਡਾ ਵਕਤ ਹੈ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਜਿੱਥੇ ਤੁਸੀਂ ਠਹਿਰੇ ਹੋਏ ਹੋ ਉੱਥੇ ਤੁਸੀਂ ਵਿਆਹ ਦੇ ਗੀਤ ਗਾਉਣੇ ਨੇ ਸੋਲੇ ਗਾਉਣੇ ਨੇ ਘੋੜੀਆਂ ਗਾਉਣੀਆਂ ਨੇ ਕਿਉਂਕਿ ਤੁਹਾਡੇ ਪੁੱਤਰ ਮੌਤ ਲਾੜੀ ਨੂੰ ਵਿਆਹੁਣ ਚੱਲੇ ਨੇ ਇਹ ਛੋਟੀ ਗੱਲ ਨਹੀਂ ਹੈ ਔਰ ਇਹੀ ਜੇਲ੍ਹ ਦੇ ਜਿਹੜੇ ਬਾਕੀ ਸੀ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਅਖੀਰਲੇ ਸ਼ਬਦ ਸੀ ਕਿ ਜਿੰਦਾ ਕਹਿਆ ਵੀਰ ਸੁਖਿਆ ਫਤਿਹ ਗਜਾ ਔਰ ਸਾਰੀ ਜੇਲ੍ਹ ਔਰ ਸਾਰਾ ਜਦੋਂ ਤੁਰਦੇ ਨੇ ਆਪਣੀਆਂ ਉਹਨਾਂ ਕਾਲ ਕੋਠੜੀਆਂ 'ਚੋਂ ਉਸ ਫਾਂਸੀ ਦੇ ਤਖਤੇ ਵੱਲ ਤੇ ਸਾਰੀ ਫਜ਼ਾ ਖਾਲਿਸਤਾਨ ਜ਼ਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਨਾਲ ਗੂੰਜਦੀ ਹੈ ਔਰ 30 ਵਰੇ ਬੀਤਣ ਬਾਅਦ ਵੀ ਅੱਜ ਜਦੋਂ ਅਸੀਂ ਉਹਨਾਂ ਦੀ ਲੈਗੇਸੀ ਦੀ ਗੱਲ ਕਰਦੇ ਹਾਂ ਜਿਸ ਸ਼ਾਨੋ ਸ਼ੌਕਤ ਨਾਲ ਇਸ ਵਾਰ ਵੀ ਉਹਨਾਂ ਦਾ 30ਵਾਂ ਸ਼ਹੀਦੀ ਦਿਨ ਮਨਾਇਆ ਗਿਆ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਝੰਡਾ ਬੁੰਗਾ ਗੁਰਦੁਆਰਾ ਸਾਹਿਬ ਮੁਕਾਮ ਤੇ ਭੋਗ ਪਾਏ ਗਏ ਪਰਿਵਾਰਾਂ ਨੂੰ ਸਿਰੋਪਾਓ ਦਿੱਤੇ ਗਏ ਔਰ ਉਹਨਾਂ ਦੇ ਜੱਦੀ ਪਿੰਡ ਭਾਈ ਹਰਜਿੰਦਰ ਸਿੰਘ ਜੰਦਾ ਦੇ ਗਦਲੀ डिस्ट्रिक्ट अमृतसर और मेरा मैं टैक्नीकल टीम ਨੂੰ ਕਹਾਂਗਾ ਕਿ ਵੀ ਉਹ ਪਿਕਚਰਸ ਉਸ ਦੀਆਂ ਦਿਖਾ ਸਕਦੇ ਨੇ ਉਹਦੇ 'ਚ ਵੀ ਵੱਡੀ ਗਿਣਤੀ 'ਚ ਸਿੱਖ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਖਾਲਿਸਤਾਨੀ ਦੌਰ ਦੀ ਜਿਹੜੀ ਜੁਝਾਰੂ ਲੀਡਰਸ਼ਿਪ ਹੈ ਉਹ ਵੀ ਮੌਜੂਦ ਸੀ ਔਰ
अजकल जिहड़े नौजवानी दी अट्रैक्शन बने हुए ने अमृतपाल सिंह वो भी राजस्थान तो महराज वाया हुंदे हुए जिहड़े ने उस मुकाम दे उत्ते पहुंचे। सारा पंडाल खालिस्तान जिंदाबाद दे नारिਆਂ ਦੇ ਨਾਲ ਗੂੰਜਿਆ ਚਾਰੇ ਪਾਸੇ ਜਿੱਥੇ ਜਿੱਥੇ ਵੀ ਗੱਲ ਹੈ। ਸੋ ਇਹ ਹੈ ਜਦੋਂ ਅਸੀਂ ਗगन ਦੇ ਰੋਸ਼ਨ ਸਿਤਾਰੇ ਕਹਿੰਦੇ ਹਾਂ ਕਿ ਵੀ ਇਹ ਖਾਲਿਸਤਾਨ ਦੀ ਸਕਾਈ ਹੈ ਜੇ ਅਸੀਂ ਉਸ ਦੇ ਵਿੱਚ, ਕਿਉਂਕਿ ਇਹੀ ਉਹਨਾਂ ਨੇ ਇੱਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਸ਼ਹਾਦਤ ਦਾ ਸਫ਼ਰ ਕਿਤੇ ਗੁਮਨਾਮ ਕਿਸੇ ਥਾਂ ਤੇ ਤੈਅ, ਇਹਨਾਂ ਦੇ ਕੋਲ ਕੁਦਰਤ ਨੇ ਉਹ ਮੌਕਾ ਵੀ ਦਿੱਤਾ ਜਿੱਥੇ ਉਹਨਾਂ ਨੇ ਖਾਲਿਸਤਾਨ ਦੀ ਪੋਜੀਸ਼ਨ ਨੂੰ ਆਰਟੀਕੂਲੇਟ ਕੀਤਾ, ਕੌਮ ਨੂੰ ਵੀ ਅਖੀਰਲੇ ਮੈਸੇਜ 'ਚ ਕਿਹਾ ਕਿ ਤੁਸੀਂ ਇਹ ਖਾਲਿਸਤਾਨ ਦੀ ਮੰਜ਼ਿਲ ਨੂੰ ਹਾਸਲ ਕਰਨਾ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਜਿੱਥੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹਨਾਂ ਲਗਭਗ 30 ਵਰ੍ਹਿਆਂ 'ਚ 2 ਦੌਰ ਮੂਵਮੈਂਟ ਦੇ ਗੁਜ਼ਰੇ। 1995 ਤੱਕ ਪਹੁੰਚਦੇ ਹਾਂ ਲੱਗਾ ਕਿ ਭਾਈ ਸਰਕਾਰ ਦਾ ਹੱਥ ਉੱਤੇ ਹੋ ਗਿਆ। ਫਿਰ ਉਹਨਾਂ ਨੇ ਡਰੱਗ ਵਾਰਫੇਅਰ ਵਿੱਢੀ। ਫਿਰ ਅਸੀਂ ਚੱਲਦੇ ਦੇਖਦੇ ਹਾਂ ਕਿ ਕਿਸਾਨ ਲਹਿਰ ਨੇ ਇੱਕ ਵੱਡਾ ਉਭਾਰ ਦਿੱਤਾ ਔਰ ਅੱਜ ਪੰਜਾਬ ਦੇ ਵਿੱਚ ਜਿਵੇਂ ਨੌਜਵਾਨੀ ਦੇ ਅੰਦਰ ਆਜ਼ਾਦੀ ਦਾ ਇਹੀ ਨਹੀਂ ਕਿ ਦੀਵਾ ਜਗ ਰਿਹਾ ਹੈ, ਐਂ ਜਾਪਦਾ ਹੈ ਕਿ ਸੂਰਜ ਜਿਹੜਾ ਹੈ ਉਹ ਪ੍ਰਕਾਸ਼ਮਾਨ ਹੋ ਰਿਹਾ ਔਰ ਪੰਜਾਬ ਦੀ ਫਜ਼ਾ 'ਚੋਂ ਕੌਮ ਦੀ ਹੋਂਦ ਦੀ ਗੱਲ, ਜਿਸ ਨੂੰ ਦੀਪ ਸਿੱਧੂ ਨੇ ਜਦੋਂ ਇਹ ਕਿਹਾ ਕਿ ਗੱਲ ਜਿਹੜੀ ਹੈ ਉਹ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ, ਗੱਲ ਹੋਂਦ ਦੀ ਹੈ। ਔਰ ਉਹ ਜਿਹੜੀ ਚੇਤਨਾ ਜਦੋਂ ਕਿ ਇਹ 1980 ਦੇ ਦਹਾਕੇ ਦੇ ਵਿੱਚ ਇਹ ਨੌਜਵਾਨ ਨਿਕਲੇ ਸੀ ਦਰਬਾਰ ਸਾਹਿਬ 'ਤੇ ਹਮਲੇ ਨੂੰ ਸਾਹਮਣੇ, ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਦੇ ਦੇਖਿਆ ਸੁਣਿਆ ਫਿਰ ਘਰੀ ਨਹੀਂ ਪਰਤੇ। ਅੱਜ ਵੀ ਨੌਜਵਾਨੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਉਸੇ ਬੇਚੈਨੀ 'ਚ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਔਰ ਇਸ ਵਾਰ ਜੇ ਅਸੀਂ ਦੇਖੀਏ ਕਿ ਇੱਕ ਵਾਰ ਫਿਰ ਭਾਰਤੀ ਏਜੰਸੀਆਂ ਜਿਵੇਂ ਨੇਸ਼ਨਸ ਅਵੇਕ ਦੀ ਗੱਲ ਹੈ, ਕੌਮ ਜਾਗੀ ਹੈ ਔਰ ਹਿਸਟਰੀ ਤਾਂ ਸ਼ਿਵਰ ਕਰ ਹੀ ਰਹੀ ਹੈ। ਏਜੰਸੀਆਂ ਉਹਨਾਂ ਦਾ ਸਾਰਾ ਜਿਹੜਾ ਦੂਜਾ ਅਮਲਾ ਫੈਲਾ ਔਰ ਇਸ ਵੇਲੇ ਜਿਹੜੇ ਪੰਜਾਬ 'ਚ ਉਹਨਾਂ ਦੇ ਟੌਂਟ ਬਟੌਂਟ ਕਿਸਮ ਦੇ ਲੋਕ ਉਹ ਵੀ ਕਹਿ ਰਹੇ ਨੇ ਜੀ ਇਹ ਅੰਮ੍ਰਿਤ ਛਕਣ ਦਾ ਕੀ ਮਤਲਬ, ਇਹ ਗੁਰੂ ਨੂੰ ਸਿਰ ਦੇਣ ਦਾ ਕੀ ਮਤਲਬ ਹੈ, ਇਹ ਸਾਰਾ ਕੀ ਹੈ, ਕਿਉਂਕਿ ਉਹਨਾਂ ਦੇ ਪਾਪ ਵੀ ਕੰਬ ਰਹੇ ਨੇ। ਸੋ ਇਤਿਹਾਸ ਇੱਕ ਵਾਰ ਫਿਰ ਦੁਹਰਾਇਆ ਜਾਣ ਵਾਲਾ ਔਰ ਉਹ ਮੌਕਾ ਜਿਵੇਂ ਪੰਥ ਸੇਵਕ ਜਥਾ ਨੇ ਕਿਹਾ ਕਿ ਭਾਈ ਸਾਡੀਆਂ ਬਰੂਹਾਂ 'ਤੇ ਹੈ, ਸਾਡੇ ਦਰ 'ਤੇ ਦਸਤਕ ਦੇ ਰਿਹਾ ਕੌਮੀ ਆਜ਼ਾਦੀ, ਖਾਲਿਸਤਾਨ ਇੱਕ ਹਕੀਕਤ ਬਹੁਤ ਜਲਦ ਬਣਨ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।